ਸ਼੍ਰੋਮਣੀ ਕਮੇਟੀ ਦੀ ਜਿਹੜੀ ਪ੍ਰਿੰਟਿੰਗ ਪ੍ਰੈਸ ਹੈਗੀ ਆ ਉਹਦੇ ਵਿੱਚੋਂ 267 ਸਰੂਪ ਮਿਸਿੰਗ ਹੈਗੇ ਨੇ। ਸ਼੍ਰੋਮਣੀ ਕਮੇਟੀ ਨੇ ਉਸ ਰਿਪੋਰਟ ਨੂੰ ਅਪਰੂਵ ਵੀ ਕਰ ਦਿੱਤਾ ਹੈ। 16 ਜਿਹੜੇ ਬੰਦੇ ਸੀ ਉਹਨਾਂ ਚੋਂ 2 ਰਿਟਾਇਰਮੈਂਟ ਤੇ ਬੈਠੇ ਸੀ, ਇਸ ਕਰਕੇ 14 ਬੰਦਿਆਂ ਦੇ ਖਿਲਾਫ ਡਿਪਾਰਟਮੈਂਟਲ ਐਕਸ਼ਨ ਵੀ ਰਿਕਮੈਂਡ ਕੀਤਾ। ਸੇਮ ਸਿਚੁਏਸ਼ਨ ਇਹ ਹੈ ਕਿ ਸ਼੍ਰੋਮਣੀ ਕਮੇਟੀ ਨੇ ਤੇ ਕਹਿਤਾ ਕਿ ਅਸੀਂ ਪਰਚਾ ਨਹੀਂ ਦਰਜ ਕਰਨ ਵਾਲੇ ਪਾਸੇ ਉਹਦੀ ਟੈਕਨੀਕਲ ਲੈਕੂਨਾ ਆ ਗਿਆ ਹੈ। ਪੁਲਿਸ ਕਹਿੰਦੀ ਹੈ ਕਿ ਸਾਨੂੰ ਸ਼੍ਰੋਮਣੀ ਕਮੇਟੀ ਸ਼ਿਕਾਇਤ ਮੂਵ ਕਰੇ। ਸ਼੍ਰੋਮਣੀ ਕਮੇਟੀ ਕਹਿੰਦੀ ਹੈ ਵੀ ਅਸੀਂ ਤਾਂ ਜੀ ਫੌਜਦਾਰੀ ਪਰਚਾ ਦਰਜ ਨਹੀਂ ਕਰਨਾ, ਉਹਨਾਂ ਨੇ ਤਾਂ ਰੈਗੂਲੇਸ਼ਨ ਪਾਸ ਕਰਨਾ। ਪ੍ਰੋਟੈਸਟ ਕੀਤਾ ਵੀ ਸ਼੍ਰੋਮਣੀ ਕਮੇਟੀ ਨੇ ਜਿਹੜਾ ਇਹ ਵਿਡਰਾਅ ਕਰਨ ਦੀ ਗੱਲ ਕੀਤੀ ਹੈ, ਫੌਜਦਾਰੀ ਕੇਸਿਸ ਨੂੰ ਨਾ ਦਰਜ ਕਰਨ ਦੀ ਗੱਲ ਕੀਤੀ ਹੈ ਗਲਤ। ਉਹਨਾਂ ਨਾਲ ਸਾਡੀ ਮੀਟਿੰਗ ਹੋਈ ਹੈ, ਅਸੀਂ 15 ਸਤੰਬਰ ਨੂੰ ਲਿਖਤੀ ਤੌਰ ਤੇ ਉਹਨਾਂ ਨੂੰ ਕਿਹਾ ਕਿ ਜਿਹੜਾ ਤੁਹਾਡਾ 5 ਸਤੰਬਰ ਵਾਲਾ ਰੈਜ਼ੋਲੂਸ਼ਨ ਹੈ ਜਿਸ 'ਚ ਤੁਸੀਂ ਕਿਹਾ ਕਿ ਅਸੀਂ ਦੋਸ਼ੀਆਂ ਦੇ ਖਿਲਾਫ ਫੌਜਦਾਰੀ ਐਕਸ਼ਨ ਨਹੀਂ ਕਰਾਂਗੇ, ਉਹਨੂੰ ਵਿਡਰਾਅ ਕਰੋ। ਸ਼੍ਰੋਮਣੀ ਕਮੇਟੀ ਨੂੰ ਵੀ ਇਹ ਗੱਲ ਕਹੀ ਹੈ ਕਿ ਤੁਸੀਂ ਆਪ ਦਾ ਰੈਜ਼ੋਲੂਸ਼ਨ ਨੂੰ ਜਿਹੜਾ ਰੱਦ ਕਰੋ, ਨਵਾਂ ਰੈਜ਼ੋਲੂਸ਼ਨ ਆ ਕੇ ਪੁਲਿਸ ਕਮਿਸ਼ਨਰ ਨੂੰ ਅਸੀਂ ਦੱਸਿਆ ਕਿ ਜਦੋਂ ਜਿਨ੍ਹਾਂ ਨੇ ਦਰਜ ਕਰਨਾ ਹੈ ਉਹ ਤਾਂ ਮੁੱਕਰ ਕੇ ਇਨਵੈਸਟੀਗੇਸ਼ਨ ਕਰਨੀ ਹੈ। ਇਨਵੈਸਟੀਗੇਸ਼ਨ ਦੇ ਵਿੱਚ ਇਹ ਸਾਰਾ ਕੁਛ ਆਉਣਾ, ਇੱਥੇ ਬਿਗਸ ਦੇ ਨਾਮ ਆਉਣੇ ਨੇ, ਬਾਦਲ ਦੇ ਵੱਡੇ ਲੀਡਰਾਂ ਦੇ ਨਾਮ ਆਉਣੇ ਨੇ। ਜਿਹੜੀ ਗਾਜ਼ ਉਹਨਾਂ ਤੇ ਡਿੱਗਣੀ ਹੈ, ਜਿਹੜੇ ਉਹਨਾਂ ਦੇ ਜਿਹੜਾ ਜ਼ੁਲਮ ਕੀਤਾ ਹੈ ਉਹ ਸਾਹਮਣੇ ਆਉਣਾ, ਇਸ ਕਰਕੇ ਬਚ ਜਦੋਂ ਤੱਕ FIR ਦਰਜ ਨਹੀਂ ਹੁੰਦੀ ਉਦੋਂ ਤੱਕ ਜਿਹੜੇ ਰਾਜ ਨੇ ਖੁੱਲਣਗੇ ਨਹੀਂ ਵੀ ਇਹ 'ਚ ਕਿਹੜੇ ਬੰਦੇ ਇਨਵੋਲਵ ਹੈਗੇ ਨੇ, ਕਿਹੜੀਆਂ ਵੱਡੀਆਂ ਤੋਪਾਂ ਨੇ ਇਹ ਬਾਦਲਸ ਦੇ, ਕਿਹੜੇ ਬੰਦੇ ਹੈਗੇ ਨੇ ਜਿਹੜੇ ਇਸ ਗੱਲ 'ਚ ਇਨਵੋਲਵ ਹੈਗੇ। ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਵੇਖ ਰਹੇ ਹੋ ਨਿਰਪੱਖ ਪੋਸਟ ਤੇ ਮੈਂ ਹਮਨਦੀਪ ਸਿੰਘ ਔਰ ਮੇਰੇ ਨਾਲ ਇਸ ਵਕਤ ਸਰਦਾਰ ਸਿਮਰਨਜੀਤ ਸਿੰਘ ਐਡਵੋਕੇਟ ਮੌਜੂਦ ਨੇ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਦਰਸ਼ਕਾਂ ਨੂੰ ਦੱਸ ਦਈਏ ਕਿ ਸਿਮਰਨਜੀਤ ਸਿੰਘ ਜੀ ਉਹ ਸ਼ਖਸੀਅਤ ਨੇ, ਜਿਵੇਂ ਤੁਸੀਂ ਜਾਣਦੇ ਆ ਕਿ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਸਰੂਪ ਜਿਹੜੇ ਨੇ ਲਾਪਤਾ ਹੋਏ ਨੇ SGPC ਦੀ ਸਰਪ੍ਰਸਤੀ ਹੇਠ, ਔਰ ਉਹ ਮਾਮਲਾ ਜਿਹੜਾ ਹੈ ਹਲੇ ਤੱਕ ਗਰਮਾਇਆ ਹੋਇਆ ਔਰ ਬਹੁਤ ਸਾਰੀਆਂ ਸਿੱਖ ਜਥੇਬੰਦੀਆਂ ਨੇ ਸ਼੍ਰੀ ਅੰਮ੍ਰਿਤਸਰ ਦਰਬਾਰ ਸਾਹਿਬ ਦੇ ਬਾਹਰ ਜਿਹੜਾ ਹੈ ਉਹ ਧਰਨਾ ਵੀ ਲਾਇਆ ਹੋਇਆ। ਖਾਸ ਤੌਰ 'ਤੇ ਜੇ ਮੈਂ ਗੱਲ ਕਰਾਂ ਸਤਿਕਾਰ ਕਮੇਟੀਆਂ ਦੀ, ਔਰ ਸਿਮਰਨਜੀਤ ਸਿੰਘ ਜੀ ਨੇ ਲੀਗਲੀ ਸਤਿਕਾਰ ਕਮੇਟੀਆਂ ਨੂੰ ਰਿਪਰੈਜ਼ੈਂਟ ਵੀ ਕੀਤਾ। ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਜਿਹੜਾ ਇਹ ਮਾਮਲਾ ਹੈ ਹੁਣ ਇਹ ਕਿੱਥੇ ਕੁ ਖੜਿਆ ਹੈ ਤੇ ਇਸ ਦੇ ਵਿੱਚ ਅਗਲਾ ਰੁਖ ਕਿਸ ਤਰ੍ਹਾਂ ਅਸੀਂ ਲੀਗਲੀ ਅਖਤਿਆਰ ਕਰ ਸਕਦੇ ਹਾਂ। ਇਹ ਸਾਰਾ ਕੇਸ ਇਵੇਂ ਹੈ ਜੀ, 2013 ਦੇ ਵਿੱਚ ਇੱਕ ਸ਼ਿਕਾਇਤ ਆਈ ਸੀ ਜਿਹਦੇ ਵਿੱਚ ਉਹਨੇ ਕੰਪਲੇਂਟਰ ਨੇ ਲਿਖਿਆ ਸੀ ਕਿ ਸ਼੍ਰੋਮਣੀ ਕਮੇਟੀ ਦੀ ਜਿਹੜੀ ਪ੍ਰਿੰਟਿੰਗ ਪ੍ਰੈਸ ਹੈਗੀ ਆ ਉਹਦੇ ਵਿੱਚੋਂ 267 ਸਰੂਪ ਮਿਸਿੰਗ ਹੈਗੇ ਨੇ। ਉਹਦੇ ਉੱਪਰ ਲਾਸਟ ਈਅਰ ਸਿੰਘ ਸਾਹਿਬ ਨੇ ਜਿਹੜੀ ਸੀ ਆਪਣੇ 2020 ਦੇ ਵਿੱਚ ਅਗਸਤ ਵਿੱਚ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਸਾਡੇ ਜਥੇਦਾਰ ਸਾਹਿਬ ਨੇ ਅਕਾਲ ਤਖ਼ਤ ਸਾਹਿਬ ਦੇ, ਉਹਨਾਂ ਨੇ ਇੱਕ ਇਨਕੁਆਇਰੀ ਕਮਿਸ਼ਨ ਬਿਠਾਇਆ ਸੀ ਜਿਹਦੀ ਮਤਲਬ ਜਿਨ੍ਹਾਂ ਦੀ ਜਾਂਚ ਕਮੇਟੀ ਦੇ ਜਿਹੜੇ ਚੇਅਰਪਰਸਨ ਸੀ ਉਹ ਸੀ ਹਾਈ ਕੋਰਟ ਦੇ ਰਿਟਾਇਰਡ ਜੱਜ ਨਵਿਤਾ ਸਿੰਘ। ਉਹ 16 ਜੁਲਾਈ ਨੂੰ ਉਹਨਾਂ ਨੇ ਮਾਰਕ ਕੀਤਾ ਸੀ ਸਮ ਹਾਊ ਰੀਜ਼ਨਸ। ਉਹ 24 ਅਗਸਤ ਨੂੰ ਉਹਨਾਂ ਨੇ ਵਿਦਆਊਟ ਇਟ ਤੇ ਗਾਂ ਫਰਦਰ ਇਨਵੈਸਟੀਗੇਟ ਕੀਤਿਆਂ ਰਿਜ਼ਾਈਨ ਕਰ ਗਏ ਜੀ। ਉਸ ਤੋਂ ਬਾਅਦ ਅਕਾਲ ਤਖ਼ਤ ਸਾਹਿਬ ਦੀ ਸਰਪ੍ਰਸਤੀ 'ਚ ਫਿਰ ਇੱਕ ਨਵੀਂ ਕਮੇਟੀ ਬਣੀ ਭਾਈ ਈਸਰ ਸਿੰਘ ਹੋਣਾ ਦੀ ਚੇਅਰਮੈਨਸ਼ਿਪ ਦੇ ਵਿੱਚ, ਉਹਦੀਆਂ 2 ਹੋਰ ਮੈਂਬਰਸ ਵੀ ਸੀ। ਉਸ ਕਮੇਟੀ ਨੇ ਫਿਰ ਇਹ ਫੈਕਟ ਫਾਈਂਡਿੰਗ ਜਦੋਂ ਇਨਵੈਸਟੀਗੇਟ ਕੀਤਾ, ਉਹਨਾਂ ਨੇ 2 ਢੰਗ ਨਾਲੇ ਕੀਤਾ। ਇੱਕ ਤਾਂ ਉਹਨਾਂ ਨੇ ਐਵੀਡੈਂਸ ਕਲੈਕਟ ਕੀਤੀ, 55 ਵਿਟਨੈਸਸ ਨੂੰ ਉਹਨਾਂ ਨੇ ਕ੍ਰੋਸ ਐਗਜ਼ਾਮਿਨ ਵੀ ਕੀਤਾ ਤੇ ਉਹਨਾਂ ਦੀ ਐਵੀਡੈਂਸ ਵੀ ਰਿਕਾਰਡ ਕੀਤੀ। ਉਸ ਤੋਂ ਬਾਅਦ ਉਹਨਾਂ ਨੇ ਜਗ੍ਹਾ ਦੀ ਫਿਜ਼ੀਕਲ ਇਨਸਪੈਕਸ਼ਨ ਵੀ ਕੀਤੀ ਹੈ ਜੀ। ਉਹ ਸਾਰੀ ਰਿਪੋਰਟ ਦੇ ਵਿੱਚ ਉਹਨਾਂ ਨੇ ਦੇਖਿਆ ਕਿ 267 ਸਰੂਪ ਨਹੀਂ 328 ਸਰੂਪ ਮਿਸਿੰਗ ਹੈਗੇ ਨੇ। ਉਹ 1100 ਤੋਂ ਵੱਧ ਪੇਜਸ ਦੀ ਰਿਪੋਰਟ ਹੈਗੀ ਹੈ। ਉਸ ਰਿਪੋਰਟ ਦੇ ਵਿੱਚ 16 ਬੰਦੇ ਜਿਹੜੇ ਸੀ ਨੋਮੀਨੇਟ ਹੋਏ ਕਿ ਮੁਜਰਮ ਨੇ, ਮਤਲਬ ਇਹਨਾਂ ਬੰਦਿਆਂ ਦੀ ਜ਼ਿੰਮੇਵਾਰੀ ਸੀ, ਇਹਨਾਂ ਨੇ ਕੁਤਾਹੀ ਵਰਤੀ ਹੈ ਜੀ। ਸ਼੍ਰੋਮਣੀ ਕਮੇਟੀ ਨੇ ਉਸ ਰਿਪੋਰਟ ਨੂੰ ਅਪਰੂਵ ਵੀ ਕਰ ਦਿੱਤਾ ਹੈ। 16 ਜਿਹੜੇ ਬੰਦੇ ਸੀ ਉਹਨਾਂ ਚੋਂ 2 ਰਿਟਾਇਰਮੈਂਟ ਤੇ ਬੈਠੇ ਸੀ, ਇਸ ਕਰਕੇ 14 ਬੰਦਿਆਂ ਦੇ ਖਿਲਾਫ ਡਿਪਾਰਟਮੈਂਟਲ ਐਕਸ਼ਨ ਵੀ ਰਿਕਮੈਂਡ ਕਰ ਦਿੱਤਾ। ਠੀਕ ਹੈ। ਹੁਣ ਇਹਦੇ ਵਿੱਚ ਇਸ਼ੂ ਇਹ ਆ ਗਿਆ ਕਿ 5 ਸਤੰਬਰ 2020 ਨੂੰ ਸ਼੍ਰੋਮਣੀ ਕਮੇਟੀ ਨੇ ਇੱਕ ਰੈਜ਼ੋਲੂਸ਼ਨ ਪਾਸ ਕੀਤਾ ਜਿਹਦੇ ਵਿੱਚ ਕਿਹਾ ਕਿ ਅਸੀਂ ਦੋਸ਼ੀਆਂ ਦੇ ਖਿਲਾਫ ਜਿਹੜੀ ਹੈ ਫੌਜਦਾਰੀ ਐਕਸ਼ਨ ਨਹੀਂ ਕਰਾਂਗੇ, ਅਸੀਂ ਇਕੱਲੀ ਵਿਭਾਗੀ ਕਾਰਵਾਈ ਕਰਾਂਗੇ ਜੀ। ਉਸ ਗੱਲ ਕਰਕੇ 14 ਸਤੰਬਰ ਨੂੰ ਜਿਹੜੀ ਹੈ ਸਤਿਕਾਰ ਕਮੇਟੀ ਦੇ ਜਿੰਨੇ ਹੈਗੇ ਨੇ ਭਾਈ ਸੁਖਜੀਤ ਸਿੰਘ ਖੌਸਾ, ਮੂਸ਼ਲ ਤੇ ਹੋਰ ਜਿੰਨੇ ਬੰਦੇ ਸੀ ਉੱਥੇ, ਉਹ ਸਾਰੇ ਪ੍ਰੋਟੈਸਟ ਕੀਤਾ ਵੀ ਸ਼੍ਰੋਮਣੀ ਕਮੇਟੀ ਨੇ ਜਿਹੜਾ ਇਹ ਵਿਡਰਾਅ ਕਰਨ ਦੀ ਗੱਲ ਕੀਤੀ ਹੈ, ਫੌਜਦਾਰੀ ਕੇਸਿਸ ਨੂੰ ਨਾ ਦਰਜ ਕਰਨ ਦੀ ਗੱਲ ਕੀਤੀ ਹੈ, ਗਲਤ ਹੈ। ਮਤਲਬ ਕਿ ਮੋਟੇ ਤੌਰ ਦੇ ਉੱਤੇ ਜੇ ਅਸੀਂ ਕਹੀਏ ਕਿ ਜਿਹੜੀ ਪੁਲਿਸ ਦੀ ਕਾਰਵਾਈ ਹੈ ਕਿ ਉਹਨਾਂ 'ਤੇ ਨਹੀਂ ਹੋਣ ਦਿੱਤੀ ਜਾਵੇਗੀ, ਸਿਰਫ ਵਿਭਾਗੀ ਕਾਰਵਾਈ, ਉਹਨਾਂ ਦੇ ਅੰਦਰ ਦੀ ਵਿਭਾਗੀ ਕਾਰਵਾਈ ਨੂੰ ਕਿਹਾ ਉਹਨਾਂ ਨੇ। ਸੋ ਅਸੀਂ 15 ਸਤੰਬਰ ਨੂੰ ਸ਼੍ਰੋਮਣੀ ਕਮੇਟੀ ਕੋਲ ਗਏ ਹਾਂ। ਉਦੋਂ ਭਾਈ ਰਜਿੰਦਰ ਸਿੰਘ ਮਹਿਤਾ ਅਤੇ ਹੋਰ ਜਿਹੜੇ ਸੀਨੀਅਰ ਮੈਂਬਰਸ ਨੇ ਉਹਨਾਂ ਨਾਲ ਸਾਡੀ ਮੀਟਿੰਗ ਹੋਈ ਹੈ। ਅਸੀਂ 15 ਸਤੰਬਰ ਨੂੰ ਲਿਖਤੀ ਤੌਰ 'ਤੇ ਉਹਨਾਂ ਨੂੰ ਕਿਹਾ ਕਿ ਜਿਹੜਾ ਤੁਹਾਡਾ 5 ਸਤੰਬਰ ਵਾਲਾ ਰੈਜ਼ੋਲੂਸ਼ਨ ਹੈ ਜਿਸ 'ਚ ਤੁਸੀਂ ਕਿਹਾ ਕਿ ਅਸੀਂ ਦੋਸ਼ੀਆਂ ਦੇ ਖਿਲਾਫ ਫੌਜਦਾਰੀ ਐਕਸ਼ਨ ਨਹੀਂ ਕਰਾਂਗੇ, ਉਹਨੂੰ ਵਿਡਰਾਅ ਕਰੋ ਔਰ ਇਮੀਡੀਏਟ ਕਮੇਟੀ ਦਾ ਇਜਲਾਸ ਬੁਲਾ ਕੇ ਫਰੈਸ਼ ਰੈਜ਼ੋਲੂਸ਼ਨ ਲੈ ਕੇ ਆਓ ਕਿ ਦੋਸ਼ੀਆਂ ਦੇ ਖਿਲਾਫ FIR ਦਰਜ ਹੋਏ।
ਉਸ ਤੋਂ ਬਾਅਦ ਅਸੀਂ 16 ਸਤੰਬਰ ਨੂੰ ਕਮਿਸ਼ਨਰ ਜਿਹੜਾ ਪੁਲਿਸ ਹੈਗਾ ਅੰਮ੍ਰਿਤਸਰ ਦਾ ਉਹਦੇ ਕੋਲੇ ਗਏ ਹਾਂ, ਮਿਸਟਰ ਗਿੱਲ ਕੋਲੇ। ਜੀ ਅਸੀਂ ਗਿੱਲ ਸਾਹਿਬ ਨੂੰ ਦੱਸਿਆ ਹੈ ਕਿ ਸ਼੍ਰੋਮਣੀ ਕਮੇਟੀ ਨੇ ਤੇ 5 ਸਤੰਬਰ ਨੂੰ ਇਹ ਰੈਜੂਲੇਸ਼ਨ ਪਾਸ ਕਰਤਾ ਵੀ ਅਸੀਂ FIR ਨਹੀਂ ਲੌਂਚ ਕਰਨੀ, ਜੀ ਅਸੀਂ ਦੋਸ਼ੀਆਂ ਦੇ ਖਿਲਾਫ ਕੋਈ ਕ੍ਰਿਮੀਨਲ ਪਰਚਾ ਨਹੀਂ ਦਰਜ ਕਰਾਉਣਾ ਹੈ। ਸੋ ਸਾਡੇ ਕੋਲ ਆਪਸ਼ਨ ਨਹੀਂ ਹੈਗੀ, ਸੋ ਅਸੀਂ ਤੁਹਾਡੇ ਕੋਲ ਐਜ਼ ਏ ਸਿੱਖ ਆਪ ਦੀ ਸ਼ਿਕਾਇਤ ਲੈ ਕੇ ਆਏ ਹਾਂ ਵੀ ਸਿੱਖਾਂ ਦੇ ਹਿਰਦੇ ਵਲੂੰਦਰੇ ਗਏ ਨੇ, ਗੁਰੂ ਗ੍ਰੰਥ ਸਾਹਿਬ ਦੀ ਡਿਸਰਿਸਪੈਕਟ ਹੋਈ ਹੈ। ਈਵਨ ਕਮੇਟੀ ਦੀ ਰਿਪੋਰਟ ਵੀ ਹੁਣ ਪਬਲਿਕ ਹੋ ਗਈ ਹੈ, ਉਦੋਂ ਤਾਂ ਪਬਲਿਕ ਨਹੀਂ ਸੀ ਹੋਈ। ਕੀਪਿੰਗ ਇਨ ਵਿਊ ਤੁਸੀਂ ਆਪ ਦੀ ਇਨਵੈਸਟੀਗੇਸ਼ਨ ਇਨੀਸ਼ੀਏਟ ਕਰੋ। ਸਰ ਮੈਂ ਵੈਸੇ ਪੁੱਛਣਾ ਚਾਹਾਂਗਾ ਕਿ ਕਾਨੂੰਨ ਦੇ ਵਿੱਚ ਇਸ ਤਰੀਕੇ ਦਾ ਕੋਈ ਸਾਡਾ ਹੈਗਾ ਹੱਕ ਦਿੱਤਾ ਹੋਇਆ ਕਿ ਜੇ ਇਸ ਤਰੀਕੇ ਨਾਲ ਕੋਈ ਬੇਅਦਬੀ, ਇੱਕ ਤਰੀਕੇ ਨਾਲ ਬੇਅਦਬੀ ਹੋਈ ਹੈ ਬਿਨਾਂ ਦੱਸੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ, ਜਿਹਨੂੰ ਇੱਕ ਕੌਮ ਜਿਹੜੀ ਹੈ ਉਹ ਆਪਣਾ ਸਭ ਕੁਝ ਮੰਨਦੀ ਹੈ, ਔਰ ਇਸ ਤਰੀਕੇ ਨਾਲ ਉਹਨਾਂ ਨੂੰ ਲਾਪਤਾ ਕਰ ਦੇਣਾ, ਕੋਈ ਪਤਾ ਹੀ ਨਹੀਂ ਹੈਗਾ ਉਹ ਕਿੱਥੇ ਨੇ, ਕਿਹਨਾਂ ਨੇ ਕੌਣ ਲੈ ਕੇ ਗਿਆ ਹੈ ਨਾ। ਤਾਂ ਇੱਕ ਕੋਈ ਸੰਵਿਧਾਨ ਦੇ ਵਿੱਚ ਸਾਡੇ ਵਿੱਚ ਜਾਂ ਕਾਨੂੰਨ ਦੇ ਵਿੱਚ ਕੋਈ ਇਸ ਤਰੀਕੇ ਦਾ ਹੈਗਾ ਕਿ ਉਹਨਾਂ ਨੂੰ ਮੁਜਰਿਮ ਅਸੀਂ ਐਲਾਨੀਏ ਕਾਨੂੰਨੀ? ਬਸ ਇਹੀ ਪ੍ਰੋਬਲਮ ਆ ਰਹੀ ਹੈ। ਕਮਿਸ਼ਨਰ ਪੁਲਿਸ ਜਿਹੜੇ ਗਿੱਲ ਨੇ ਉਹ ਕਹਿੰਦੇ ਨੇ ਕਿ ਜਿਹੜੀ ਪ੍ਰਿੰਟਿੰਗ ਹਾਊਸ ਨੇ, 3 ਪ੍ਰਿੰਟਿੰਗ ਹਾਊਸ ਨੇ ਗੁਰਦੁਆਰਾ ਰਾਮਸਰ ਦੇ ਵਿੱਚ ਚੱਲ ਰਹੇ ਨੇ, ਇਹ ਚੱਲ ਰਹੇ ਨੇ ਸ਼੍ਰੋਮਣੀ ਕਮੇਟੀ ਦੇ ਹੇਠ। ਸੋ ਜਦੋਂ ਤੱਕ ਸ਼੍ਰੋਮਣੀ ਕਮੇਟੀ ਸਾਨੂੰ ਕੰਪਲੇਂਟ ਨਹੀਂ ਕਰਦੀ ਦੋਸ਼ੀਆਂ ਦੇ ਖਿਲਾਫ FIR ਦਰਜ ਕਰੋ, ਅਸੀਂ FIR ਦਰਜ ਨਹੀਂ ਕਰਾਂਗੇ। ਉਹਨਾਂ ਦੀ ਐਗਜ਼ਾਮਪਲ ਸੀ, ਮੰਨ ਲਓ ਕਿਸੇ ਗੁਰਦੁਆਰਾ ਸਾਹਿਬ ਦੇ ਵਿੱਚ ਕੋਈ ਚੋਰ ਫੜਿਆ ਜਾਂਦਾ ਹੈ, ਜੇ ਉੱਥੋਂ ਦੀ ਕਮੇਟੀ ਕਹਿ ਦੇ ਵੀ ਇਹ ਗਰੀਬ ਬੰਦਾ ਹੈਗਾ, ਇਹਦੇ ਬੱਚੇ ਭੁੱਖੇ ਮਰ ਜਾਣਗੇ, ਅਸੀਂ FIR ਦਰਜ ਨਹੀਂ ਕਰਨੀ ਤੇ ਸਾਡੇ ਕੋਲ ਕੋਈ ਪਾਵਰ ਨਹੀਂ ਸੋ ਮੋਟੋ ਲੈਣ ਦੀ। ਸੇਮ ਸਿਚੁਏਸ਼ਨ ਇਹ ਹੈ ਕਿ ਸ਼੍ਰੋਮਣੀ ਕਮੇਟੀ ਨੇ ਤੇ ਕਹਿਤਾ ਕਿ ਅਸੀਂ ਪਰਚਾ ਨਹੀਂ ਦਰਜ ਕਰਨ ਵਾਲੇ ਪਾਸੇ ਜਾਣਾ ਹੈ। ਉਹਨੇ ਟੈਕਨੀਕਲ ਲੈਕੂਨਾ ਆ ਗਿਆ ਹੈ। ਪੁਲਿਸ ਕਹਿੰਦੀ ਹੈ ਕਿ ਸਾਨੂੰ ਸ਼੍ਰੋਮਣੀ ਕਮੇਟੀ ਸ਼ਿਕਾਇਤ ਮੂਵ ਕਰੇ, ਸ਼੍ਰੋਮਣੀ ਕਮੇਟੀ ਕਹਿੰਦੀ ਹੈ ਵੀ ਅਸੀਂ ਤਾਂ ਜੀ ਫੌਜਦਾਰੀ ਪਰਚਾ ਦਰਜ ਨਹੀਂ ਕਰਨਾ, ਉਹਨਾਂ ਨੇ ਤੇ ਰੈਜੂਲੇਸ਼ਨ ਪਾਸ ਕਰ ਦਿੱਤਾ ਹੈ। ਸੋ ਜਿਹੜੇ ਸਿੱਖ ਨੇ ਉਹ ਦੁਬਦਾ 'ਚ ਨੇ, ਜਿਹੜੇ ਧਰਨੇ ਤੇ ਬੈਠੇ ਹੋਏ ਨੇ। ਅਸੀਂ ਸ਼੍ਰੋਮਣੀ ਕਮੇਟੀ ਨੂੰ ਵੀ ਇਹ ਗੱਲ ਕਹੀ ਹੈ ਕਿ ਤੁਸੀਂ ਆਪ ਦਾ ਉਹ ਰੈਜੂਲੇਸ਼ਨ ਨੂੰ ਜਿਹੜਾ ਰੱਦ ਕਰੋ, ਨਵਾਂ ਰੈਜੂਲੇਸ਼ਨ ਆ ਕੇ ਕਿਉਂ। ਪੁਲਿਸ ਕਮਿਸ਼ਨਰ ਨੂੰ ਅਸੀਂ ਦੱਸਿਆ ਕਿ ਜਦੋਂ ਜਿਨ੍ਹਾਂ ਨੇ ਦਰਜ ਕਰਨਾ ਹੈ ਉਹ ਤਾਂ ਮੁੱਕਰ ਗਏ ਨੇ। ਤੁਹਾਡਾ ਕਹਿਣ ਦਾ ਮਤਲਬ ਹੈ ਕਿ ਜਿਹੜੀ SGPC ਆ ਉਹ ਇਹ ਕਹਿ ਰਹੀ ਹੈ ਕਿ ਅਸੀਂ ਟੈਕਨੀਕਲੀ ਵੇਖਣਾ ਹੈ ਇਸ ਮਾਹੌਲ ਨੂੰ, ਇਸ ਜਿਹੜਾ ਸਾਰਾ ਕੁਝ ਸਿਲਸਿਲਾ ਚੱਲਿਆ ਉਹ ਇਸ ਨੂੰ ਟੈਕਨੀਕਲੀ ਵੇਖ ਰਹੀ ਹੈ, ਤੇ ਜਿਹੜੀਆਂ ਸਿੱਖ ਜਥੇਬੰਦੀਆਂ ਨੇ ਉਹ ਭਾਵਨਾਤਮਕ ਤੌਰ ਦੇ ਉੱਤੇ ਵੇਖ ਰਹੀਆਂ ਨੇ। ਨਹੀਂ ਜੀ, ਸ਼੍ਰੋਮਣੀ ਕਮੇਟੀ ਟੈਕਨੀਕਲੀ ਨਹੀਂ ਦੇਖ ਰਹੀ। ਸ਼੍ਰੋਮਣੀ ਕਮੇਟੀ ਮੋਰ ਓਵਰ ਅੱਜ ਸਾਰਿਆਂ ਨੂੰ ਪਤਾ ਹੈ ਕਿ ਪੋਲੀਟੀਕਲ ਬਾਡੀ ਹੈ, ਧਾਰਮਿਕ ਬਾਡੀ ਨਹੀਂ ਰਹਿ ਗਈ। ਇਹ 'ਤੇ ਜਿਹੜਾ ਕੰਟਰੋਲ ਰਸਤਾ ਲੱਭ ਰਹੀ ਹੈ ਬਚਣ ਦਾ, ਮਤਲਬ ਇਹ 'ਤੇ ਕੰਟਰੋਲ ਹੈਗਾ ਬਾਦਲਸ ਪਰਿਵਾਰ ਦਾ। ਬਚਣ ਦਾ ਉਹ ਤਾਂ ਕਰ ਰਹੀ ਹੈ ਵੀ ਉਹ ਜਿਹੜੇ 16 ਬੰਦੇ ਨੋਮੀਨੇਟ ਹੋਏ ਨੇ ਅਕਿਊਜ਼, ਜਦੋਂ ਪੁਲਿਸ ਨੇ ਇਨਵੈਸਟੀਗੇਸ਼ਨ ਕਰਨੀ ਹੈ, ਇਨਵੈਸਟੀਗੇਸ਼ਨ ਦੇ ਵਿੱਚ ਇਹ ਸਾਰਾ ਕੁਝ ਆਉਣਾ, ਇੱਥੇ ਬਿਗਸ ਦੇ ਨਾਂ ਆਉਣੇ ਨੇ, ਬਾਦਲ ਦੇ ਵੱਡੇ ਲੀਡਰਾਂ ਦੇ ਨਾਂ ਆਉਣੇ ਨੇ। ਇਹ ਜਿਹੜੀ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਹੈਗਾ, ਐਗਜ਼ੈਕਟਿਵ ਕਮੇਟੀ ਹੈਗੀ ਹੈ, ਜਿਹੜਾ ਬ੍ਰਿਟਿਸ਼ ਲਾਅ ਹੈਗਾ ਲਾਇਬਿਲਿਟੀ ਆਫ ਸੁਪੀਰੀਅਰ ਆਫੀਸਰਸ, ਉਹਦੇ ਵਿੱਚ ਇਹ ਸਾਰਿਆਂ 'ਤੇ ਪਰਚੇ ਦਰਜ ਹੁੰਦੇ ਨੇ ਜੀ। ਸੋ ਸ਼੍ਰੋਮਣੀ ਕਮੇਟੀ ਨੂੰ ਵੱਡੀ ਪਿਕਚਰ ਨਜ਼ਰ ਆ ਰਹੀ ਹੈ। ਉਹਨਾਂ ਨੂੰ ਲੱਗਦਾ ਹੈ ਕਿ ਇਹਦੇ ਵਿੱਚ 16 ਹੀ ਬੰਦਿਆਂ ਦੇ ਪਰਚੇ ਦਰਜ ਨਹੀਂ ਹੋਣੇ, ਕਈ ਬੰਦੇ ਆਉਣੇ ਨੇ। ਸੋ ਮਤਲਬ ਆਪ ਦੀ ਸਕਿਨ ਸੇਵ ਕਰਨ ਲਈ ਉਹਨਾਂ ਨੇ ਉਹ ਰੈਜੂਲੇਸ਼ਨ ਪਾਸ ਕੀਤਾ ਵੀ ਅਸੀਂ ਦੋਸ਼ੀਆਂ ਨੂੰ, ਉਹ ਚਾਹੁੰਦੇ ਨੇ ਕਿ ਮਤਲਬ ਜਿਹੜੀ ਗਾਜ਼ ਉਹਨਾਂ 'ਤੇ ਡਿੱਗਣੀ ਹੈ, ਜਿਹੜੇ ਉਹਨਾਂ ਦੇ ਜਿਹੜਾ ਜੁਰਮ ਕੀਤਾ ਹੈ ਉਹ ਸਾਹਮਣੇ ਆਉਣਾ, ਇਸ ਕਰਕੇ ਬਚ ਰਹੀ ਹੈ। ਫਿਰ ਮੋਰ ਓਵਰ ਮਤਲਬ ਇਹ 'ਚ ਵੱਡੀ ਕਨਸਪੀਰੇਸੀ ਦੇਖੋ, ਮਤਲਬ ਜਿਹੜਾ ਕੁਐਸਚਨ ਹੈਗਾ ਬੀਇੰਗ ਲੇਮੈਨ, ਜਦੋਂ ਇੱਕ ਪ੍ਰੋਵੀਜ਼ਨ ਹੈਗੀ ਹੈ ਸ਼੍ਰੋਮਣੀ ਕਮੇਟੀ ਦੀ, ਕੋਈ ਵੀ ਸਿੱਖ ਆਦਮੀ, ਕੋਈ ਵੀ ਧਾਰਮਿਕ ਇੰਸਟੀਟਿਊਸ਼ਨ, ਗੁਰਦੁਆਰਾ ਸਾਹਿਬ, ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲੈ ਸਕਦਾ ਹੈ। ਫਿਰ ਇਹ 328 ਕਿਹੜੇ ਬੰਦੇ ਨੇ? ਐਸੇ ਬੰਦੇ ਹੋਣਗੇ ਨਾ ਜਿਨ੍ਹਾਂ ਨੇ 2 ਨੰਬਰ 'ਚ ਲਿਆ ਹੈ, ਜਿੱਥੇ ਪੰਥ ਪ੍ਰਮਾਣਿਤ ਮਰਿਆਦਾ ਨਹੀਂ ਹੈਗੀ, ਜਿਹੜੇ ਸਿੱਖੀ ਨੂੰ ਫੋਲੋ ਨਹੀਂ ਕਰਦੇ। ਫਿਰ ਇੱਕ ਉਸ ਤੋਂ ਵੀ ਵੱਡੀ ਗੱਲ ਹੈ ਵੀ ਜਿਹੜੇ ਸਰੂਪ ਜਦੋਂ ਲੈ ਕੇ ਜਾਂਦੇ ਨੇ, ਕਿਉਂਕਿ ਆਪਾਂ ਨੂੰ ਪਤਾ ਬੀਇੰਗ ਸਿੱਖ ਕਿ ਇੱਕ ਮਰਿਆਦਾ ਹੁੰਦੀ ਹੈ, ਗੁਰੂ ਗ੍ਰੰਥ ਸਾਹਿਬ ਨੂੰ ਲਿਜਾਣ ਲਈ 5 ਸਿੰਘ ਚਾਹੀਦੇ ਨੇ, ਮਰਿਆਦਾ ਫੋਲੋ ਹੋਣੀ ਚਾਹੀਦੀ ਹੈ। ਇਸੇ ਕਰਕੇ ਸ਼੍ਰੋਮਣੀ ਕਮੇਟੀ ਨੇ ਸਪੈਸ਼ਲ ਵੈਨਸ ਬਣਾਈਆਂ ਹੋਈਆਂ ਨੇ, ਜਦੋਂ ਸਰੂਪ ਦੇਣਾ ਹੁੰਦਾ ਹੈ ਤਾਂ ਵੈਨ ਦੇ ਵਿੱਚ ਲੈ ਕੇ ਜਾਂਦੇ ਨੇ, ਉਹ ਸਥਾਪਿਤ ਕਰਕੇ ਆਉਂਦੀਆਂ ਨੇ ਜੀ। ਸੋ ਉਹ ਜਿਹੜੀਆਂ ਲੌਗ ਬੁੱਕਸ ਨੇ ਸ਼੍ਰੋਮਣੀ ਕਮੇਟੀ ਦੇ ਕਬਜ਼ੇ 'ਚ ਨੇ, ਜਦੋਂ ਤੱਕ FIR ਦਰਜ ਨਹੀਂ ਹੁੰਦੀ ਉਦੋਂ ਤੱਕ ਜਿਹੜੇ ਰਾਜ਼ ਨੇ ਖੁੱਲ੍ਹਣਗੇ ਨਹੀਂ ਵੀ ਇਹ 'ਚ ਕਿਹੜੇ ਬੰਦੇ ਇਨਵੋਲਵ ਹੈਗੇ ਨੇ, ਕਿਹੜੀਆਂ ਵੱਡੀਆਂ ਤੋਪਾਂ ਨੇ, ਇਹ ਬਾਦਲਸ ਦੇ ਕਿਹੜੇ ਬੰਦੇ ਹੈਗੇ ਨੇ ਜਿਹੜੇ ਇਸ ਗੱਲ 'ਚ ਇਨਵੋਲਵ ਹੈਗੇ ਨੇ। ਬਹੁਤ ਧੰਨਵਾਦ। ਸੋ ਜਿਵੇਂ ਐਡਵੋਕੇਟ ਸਾਹਿਬ ਨੇ ਦੱਸਿਆ ਹੈਗਾ ਕਿ ਇਹ ਜਿਹੜਾ ਸਿਲਸਿਲਾ ਘਟਿਆ ਹੈ, ਉਹ ਇਹ ਜਿਹੜਾ ਮਸਲਾ ਹੈਗਾ ਉਹ ਸਿਰਫ ਇੱਕ SGPC ਇੱਕ ਅਦਾਰੇ ਨਾਲ ਨਹੀਂ ਜੁੜਿਆ ਹੋਇਆ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਿਰਫ ਸਿੱਖ ਹੀ ਨਹੀਂ ਮੰਨਦੇ, ਬਲਕਿ ਦੁਨੀਆ ਦੀ ਹਰ ਇੱਕ ਇਨਸਾਨ ਜਿਹੜਾ ਅਕੀਦਤ ਰੱਖਦਾ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ, ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਗੁਰੂ ਮੰਨਦਾ। ਸੋ ਇੱਕ ਤਰੀਕੇ ਨਾਲ ਇਹ ਕਹਿ ਦੇਣਾ ਕਿ ਜਿਹੜਾ ਇਹ SGPC ਦੇ ਵਿੱਚ ਇਹ ਕਾਰਾ ਘਟਿਆ ਹੈ ਤੇ ਇਸ ਦੇ ਵਿੱਚ ਸਿਰਫ ਵਿਭਾਗੀ ਕਾਰਵਾਈ ਹੋਵੇਗੀ, ਆਪਣੇ ਆਪ ਦੇ ਵਿੱਚ ਸੋਚਣ ਵਿੱਚ ਮਜਬੂਰ ਕਰਦਾ ਹੈ ਕਿ ਇਸ ਤਰੀਕੇ ਨਾਲ ਕਿਉਂ ਹੋ ਰਿਹਾ ਹੈ, ਕਿਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੋ ਅਸੀਂ ਬਹੁਤ ਧੰਨਵਾਦ ਕਰਦੇ ਹਾਂ। ਸਿਮਰਨਜੀਤ ਸਿੰਘ ਜੀ ਐਡਵੋਕੇਟ ਸਾਡੇ ਨਾਲ ਜੁੜੇ ਹੋਏ ਸਨ। ਹੁਣ ਵੇਖਣਾ ਇਹ ਹੋਵੇਗਾ ਕਿ
ਜਿਨ੍ਹਾਂ ਦੇ ਨਾਂ SGPC ਹਾਲੇ ਤੱਕ ਛੁਪਾਉਂਦੀ ਰਹੀ ਹੈ ਉਹਨਾਂ ਦੇ ਨਾਂ ਉਜਾਗਰ ਕਦੋਂ ਹੁੰਦੇ ਨੇ ਅਤੇ ਸਿੱਖ ਭਾਵਨਾਵਾਂ ਨੂੰ ਜਿਹੜੀ ਵਲੰਦਰ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਨਾਂ ਦੇ ਮਨ ਕਦੋਂ ਸ਼ਾਂਤ ਹੁੰਦੇ ਨੇ। ਕੈਮਰਾਮੈਨ ਕੁਲਜਿੰਦਰ ਸਿੰਘ ਦੇ ਨਾਲ ਮਨਦੀਪ ਸਿੰਘ, ਨਿਰਪੱਖ ਪੋਸਟ, ਖਬਰ ਦੀ ਨਿਰਪੱਖ ਆਵਾਜ਼। ਧੰਨਵਾਦ। ਪੰਜਾਬ ਅਤੇ ਪੰਜਾਬੀਅਤ ਨਾਲ ਜੁੜਿਆ ਹਰ ਮੁੱਦਾ, ਹਰ ਖਬਰ ਨਿਰਪੱਖ ਤਰੀਕੇ ਨਾਲ ਤੁਹਾਡੇ ਤੱਕ ਪਹੁੰਚਣ ਦੀ ਕੋਸ਼ਿਸ਼ ਵਿੱਚ ਤੁਸੀਂ ਵੀ ਦੇਵੋ ਸਾਡਾ ਸਾਥ। ਤਾਂ ਹੁਣੇ ਲਾਈਕ ਕਰੋ ਸਾਡਾ ਫੇਸਬੁੱਕ ਪੇਜ, ਸਬਸਕ੍ਰਾਈਬ ਕਰੋ YouTube ਤੇ ਅਤੇ ਫੋਲੋ ਕਰੋ ਇੰਸਟਾ ਅਤੇ ਟਵਿੱਟਰ ਤੇ ਨਿਰਪੱਖ ਪੋਸਟ, ਖਬਰ ਦੀ ਨਿਰਪੱਖ ਆਵਾਜ਼। ਵਿਜ਼ਿਟ ਕਰੋ www.nirpakhpost.com।